ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਆਪਾਂ ਜਿਹੜਾ ਹੋਮੋਮੋਰਫਿਜ਼ਮ ਟੌਪਿਕ ਸ਼ੁਰੂ ਕੀਤਾ ਉਹਦੇ ਉੱਪਰ ਬੇਸ ਥਿਊਰਮਾਂ ਕਰਨੀਆਂ ਨੇ। ਇਹ ਥਿਊਰਮਾਂ ਤਕਰੀਬਨ ਸਾਰੀਆਂ ਇੰਪੋਰਟੈਂਟ ਨੇ ਜੀ। ਤੇ ਜਿਹੜੀ ਪਹਿਲੀ ਥਿਊਰਮ ਕਰਨੀ ਹੈਗੀ ਆਪਾਂ ਨੇ ਉਹ ਪ੍ਰੋਪਰਟੀ ਟਾਈਪ ਹੈਗੀ ਆ। ਇਹ ਜਿਹੜੇ ਥਿਊਰਮਾਂ ਅੱਜ ਕਰਨੀ ਆ ਉਹ ਸਾਰੇ ਕਰਨਲ ਐਫ ਉੱਪਰ ਬੇਸਡ ਨੇ। ਕਰਨਲ ਆਫ ਫੰਕਸ਼ਨ ਕੀ ਹੁੰਦਾ ਹੈਗਾ ਉਹਦੇ ਉੱਪਰ ਬੇਸਡ ਨੇ। ਜੇ ਮੈਂ ਸਟੇਟਮੈਂਟ ਪੜ੍ਹ ਰਿਹਾ ਜੀ, ਤੁਸੀਂ ਵੀ ਸਟੇਟਮੈਂਟ ਦੇਖ ਲਓ। Let F be a homomorphism from group G into the group G dash, then the following result holds. पहला f of E equals to E dash, E identity in G हैगी है ते E dash identity in G dash हैगी है। ते second part हैगा f of A inverse equal to f A inverse। चलो ते third part हैगा अपने को f of a the power n equals to f of a whole the power n for all n belongs to integer ਪਾਇਆ ਤੇ a belongs to g ਹੈਗਾ। ਚਲੋ ਇਹ ਤਿੰਨ ਪਾਰਟ ਨੇ ਜੀ। ਇਹਨਾਂ ਵਿੱਚੋਂ ਜਿਹੜੇ ਮੇਨ ਪਹਿਲੇ ਦੋ ਪਾਰਟ ਜ਼ਿਆਦਾ ਇੰਪੋਰਟੈਂਟ ਨੇ, ਬਾਕੀ ਯਾਦ ਵੀ ਰੱਖਣੇ ਨੇ ਤੇ ਇਹਨਾਂ ਪ੍ਰੂਫ ਕਰ ਰਹੇ ਹੈਗੇ। ਪਹਿਲਾ ਪਾਰਟ ਹੈ ਜੀ, ਥੋੜਾ ਜਿਹਾ ਦੇਖ ਲਓ ਕਿ ਹੋਮੋਮੋਰਫਿਜ਼ਮ ਕੀ ਕਿਹਾ ਸੀਗਾ। ਹੋਮੋਮੋਰਫਿਜ਼ਮ ਕਿਹਾ ਸੀਗਾ ਜੇ ਕੋਈ ਫੰਕਸ਼ਨ g ਤੋਂ g ਡੈਸ਼ ਜਾ ਰਿਹਾ ਅਤੇ f of ab equals to f of a into f of b for all ab belongs to g, then ਆਪਾਂ ਕਹਾਂਗੇ ਕਿ ਹੋਮੋਮੋਰਫਿਜ਼ਮ ਹੋਊਗੀ। ਇਹ ਜਿਹੜਾ ਇਹ ਆਪਰੇਸ਼ਨ ਆ ਮਲਟੀਪਲਾਈ ਦਾ, ਇਹ ਆਪਰੇਸ਼ਨ g ਵਿੱਚ ਆ ਤੇ ਆਹ ਵਾਲਾ ਆਪਰੇਸ਼ਨ ਜੋ ਹੈਗਾ ਉਹ ਜੀ ਡੈਸ਼ ਵਿੱਚ। ਇਦਾਂ ਕਿਹਾ ਸੀ ਪਹਿਲਾਂ ਆਪਰੇਟ ਕਰ ਲਓ ਫਿਰ ਇਮੇਜ ਕੱਢ ਲਓ, ਚਾਹੇ ਪਹਿਲਾਂ ਇਮੇਜਿਸ ਕੱਢ ਲਓ ਬਾਅਦ ਚ ਆਪਰੇਟ ਕਰ ਲਓ, ਆਂਸਰ ਬਰਾਬਰ ਆਵੇ ਤਾਂ ਹੋਮੋਮੋਰਫਿਜ਼ਮ ਕਿਹਾ ਸੀਗਾ। ਤੇ ਇੱਕ ਕਰਨਲ ਐਫ ਡਿਫਾਈਨ ਕੀਤਾ ਸੀਗਾ ਕਿ ਇਹਦੇ ਵਿੱਚ ਉਹ ਐਲੀਮੈਂਟਸ ਆਉਣਗੇ ਜੀ ਦੇ ਜਿਨ੍ਹਾਂ ਦੀ ਇਮੇਜ E ਡੈਸ਼ ਬਣਦੀ ਹੈ। E ਡੈਸ਼ ਜੋ ਸੀਗਾ ਉਹ ਆਈਡੈਂਟਿਟੀ ਇਨ G ਡੈਸ਼ ਸੀਗਾ। ਚਲੋ ਇਹ ਕਨਸੈਪਟ ਆਪਾਂ ਯੂਜ਼ ਕਰਾਂਗੇ। ਇਹ ਪਹਿਲਾਂ ਆਪਾਂ ਕੀਤਾ ਸੀਗਾ ਜੀ ਕਿ ਇਹ ਮਲਟੀਪਲਾਈ ਯੂਜ਼ੂਅਲ ਨਹੀਂ ਹੈਗਾ ਤੇ ਇਹ ਮਲਟੀਪਲਾਈ ਸੇਮ ਨਹੀਂ ਹੈਗੇ। ਇਹ ਮਲਟੀਪਲਾਈ ਉਹ ਆਪਰੇਸ਼ਨ ਆ ਜੋ G ਵਿੱਚ ਆ ਤੇ ਇਹ ਮਲਟੀਪਲਾਈ ਉਹ ਆਪਰੇਸ਼ਨ ਆ ਜੋ G ਡੈਸ਼ ਵਿੱਚ ਆ। ਹੁਣ ਸੌਖਾ ਲਿਖਣ ਵਾਸਤੇ ਮਲਟੀਪਲਾਈ ਪਾਵਾਂਗੇ। ਇੱਥੇ ਮਲਟੀਪਲਾਈ ਸ਼ੋ ਕਰੋ ਤਾਂ ਵੀ ਠੀਕ ਹੈ, ਜੇ ਮਲਟੀਪਲਾਈ ਨਹੀਂ ਵੀ ਸ਼ੋ ਕਰੋਗੇ ਤਾਂ ਵੀ ਠੀਕ ਹੈ ਜੀ। ਚਲੋ ਪਹਿਲਾ ਪਾਰਟ ਕਰਦੇ ਹਾਂ ਆਪਾਂ ਥਿਊਰਮ ਦਾ। ਪਹਿਲਾ ਪਾਰਟ ਇਹ ਸ਼ੋ ਕਰਨਾ ਆਪਾਂ ਨੇ ਕੋਈ ਵੀ ਆਪਾਂ ਐਲੀਮੈਂਟ ਲਵਾਂਗੇ ਜਿਵੇਂ ਇਧਰਲੇ ਪਾਸੇ G ਆ, ਇਧਰ G ਡੈਸ਼। ਇਹ ਪੱਕਾ ਜੋ ਇਹਦੀ ਆਇਡੈਂਟਿਟੀ ਹੈਗੀ ਆ G ਦੀ ਉਹ E ਆ ਤੇ G ਡੈਸ਼ ਦੀ E ਡੈਸ਼ ਆ। F ਕੋਈ ਹੋਮੋਮੋਰਫਿਜ਼ਮ ਤਾਂ ਇਹ ਗੱਲ ਪੱਕਾ ਹੋਊਗਾ ਕਿ ਆਇਡੈਂਟਿਟੀ ਦੀ ਇਮੇਜ ਆਇਡੈਂਟਿਟੀ ਹੀ ਆਊਗੀ। ਆਇਡੈਂਟਿਟੀ ਦੀ ਜੇ ਆਪਾਂ ਇਮੇਜ ਕੱਢਾਂਗੇ ਉਹ ਪੱਕਾ ਆਇਡੈਂਟਿਟੀ ਐਲੀਮੈਂਟ ਹੋਊਗੀ। ਇਹ ਪੱਕਾ ਪ੍ਰੂਵ ਕਰਨਾ ਆਪਾਂ ਕਿ ਆਇਡੈਂਟਿਟੀ ਦੀ ਇਮੇਜ ਪੱਕਾ ਆਇਡੈਂਟਿਟੀ ਹੋਊਗੀ ਜੇ F ਕੀ ਹੈ ਆਪਣੇ ਕੋਲ ਹੋਮੋਮੋਰਫਿਜ਼ਮ ਹੈ। ਜੇ F ਆਪਣੇ ਕੋਲ ਹੋਮੋਮੋਰਫਿਜ਼ਮ ਹੈ ਤਾਂ ਆਇਡੈਂਟਿਟੀ ਦੀ ਇਮੇਜ ਪੱਕਾ ਆਇਡੈਂਟਿਟੀ ਹੋਊਗੀ। ਇਹ ਆਪਾਂ ਨੇ ਸ਼ੋ ਕਰਨਾ। तो देखो तो ध्यान दियो। तो लेट कर लिया कि ए कोई एलिमेंट G विचों आ, ए कोई आप एलिमेंट G चो सपोज कर लिया। देन जेड़ा F of A है वो पक्का G डैश होगा क्योंकि जो फंक्शन है वो G तो G डैश है फंक्शन। जे कोई A G च मनांगे तो उहदी इमेज जो है वो G डैश दे विच आउगी। हुण आपां नूं गिवन हैगा कि E जो है आइडेंटिटी G विच आ ते G डैश च आइडेंटिटी E डैश दिता होया आपां नूं। नाउ दिता है कि A इज आइडेंटिटी इन G।
सॉरी ई इज आइडेंटिटी इन जी, देयरफॉर ए जो होगा वो ए बराबर होगा जनरल वास्ते सारे वास्ते में जनरल वास्ते सारे वास्ते होगा जी। देयरफॉर एफ ऑफ ए लिया आपां इनू लिख सकते हैं आप एफ ऑफ ए इंटू ई, क्योंकि ए जो है वो ए दे बराबर है। हुण होमोमॉर्फिज्म की हुंदा, पहला ऑपरेट करके फिर इमेज कढ लो, चाहे पहला इमेजिस कढ के फिर ऑपरेट कर लो, बराबर होगा आंसर। ये बराबर हो गया, ये नंबर 1 पा के आप छड़ता। नाउ ई डैश हैगा इज आइडेंटिटी इन जी डैश, ਇਹਦੇ ਚ ਆਇਡੈਂਟੀਟੀ ਆਪਾਂ E ਡੈਸ਼ ਮੰਨੀ ਤੇ F of A ਇਹਦੇ ਵਿੱਚ ਹੀ ਆਊਗਾ G ਡੈਸ਼। ਆਇਡੈਂਟੀਟੀ ਕੀ ਹੈ, ਜੇ A ਨੂੰ ਆਪਾਂ ਇਹਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਸੇਮ ਆਊਗਾ ਆਨਸਰ, ਬਿਕੋਜ਼ F of A G ਡੈਸ਼ ਦਾ ਐਲੀਮੈਂਟ E ਡੈਸ਼ ਆਇਡੈਂਟੀਟੀ। ਆਇਡੈਂਟੀਟੀ ਕੀ ਹੁੰਦਾ, ਕਿਸੇ ਵੀ ਐਲੀਮੈਂਟ ਨਾਲ ਮਲਟੀਪਲਾਈ ਕਰਾਂਗੇ ਪੋਸਟ ਜਾਂ ਪ੍ਰੀ ਜੋ ਮਰਜ਼ੀ ਕਰ ਲਓ, ਆਨਸਰ ਪੱਕਾ ਸੇਮ ਹੋਊਗਾ। ਤਾਂ ਇਹਦੇ ਵਿੱਚ देयरफॉर आप कह सकते हैं कि एफ ऑफ ए इंटू ई डैश ए पक्का एफ ऑफ ए होगा। क्यों? क्योंकि एफ ऑफ ए जी डैश का एलीमेंट है ते जी डैश आइडेंटिटी की गिवन आपां नूं ई डैश गिवन। देयरफॉर 1 बिकम्स एफ ऑफ ए की वैल्यू भरती आपां ने, ए बन गया एफ ऑफ ए ई डैश equals to f of a f of e। ये आ गया अपने को। हुण तुसीं सोचो कि जो मैं स्टेप पर लिख रहा कि वो ठीक आ। ए बन गया e डैश equals to f of e। देखो जे किसी समझ आया हो, ये की लाया आपां ने, ये लाया जी लेफ्ट कैंसलेशन लॉ। क्यों? आ ग्रुप का एलीमेंट किहड़ा ग्रुप आ, जी डैश है, आ भी ग्रुप का एलीमेंट आ भी ग्रुप का एलीमेंट, आ भी ग्रुप का एलीमेंट, सारे ग्रुप के एलीमेंट ते सेम एलीमेंट आपां कैंसल शो नहीं करना हुंदा, कैंसल कर सकते हैं आपां लेफ्ट तो, क्योंकि ग्रुप दे विच दोने कैंसलेशन लॉ होल्ड करते हुंदे, लेफ्ट भी करदा हुंदा राइट भी करदा हुंदा। इस करके फिर अपने को जो है ई डैश जो है वो एफ ऑफ ई के बराबर आ गया। ये रिजल्ट ध्यान रखना हमेशा कि होमोमॉर्फिज्म दे विच आइडेंटिटी दी इमेज आइडेंटिटी ही आउगी। हुण सैकंड पार्ट करना आपां ने, सैकंड पार्ट की शो करना आपां ने, जे समझ आ रहा होवे आ शो करना फॉर ऑल ए बिलोंग्स टू जी। चलो फॉर ऑल तो हो जाएगा, जनरल वास्ते करांगे सारे वास्ते हो जाएगा। हुण ये है की है, जे समझोगे ध्यान नाल, ये पहला इनवर्स हो रहा, बाद विच ओदी इमेज कड्ढी है, ये पहला ए दी इमेज कड्ढी है, बाद विच इनवर्स किया, जिस तरह मर्जी कर लो आंसर सेम होगा। पर समझने वाली गल ये आ कि जिहड़ा ए वाला इनवर्स आ, ए किहदे विच आ, जी च, मतलब मैं डायग्राम बना रहा, ए जी है जी, ए जी डैश, जिहड़ा ए है वो जी विच, तां एदा इनवर्स फिर जी विच ही आऊगा, बिकॉज इनवर्स ग्रुप दे विच एग्जिस्ट करदा हुंदा। मतलब जिहड़ा ए इनवर्स कड्ढिया आपां ने, ए जी ग्रुप च कड्ढिया, ध्यान दिओ, ते एदी इमेज करांगे एफ ऑफ ए आऊगा, एदा इनवर्स जो एफ ऑफ ए होल दा इनवर्स, एदा इनवर्स आपां जी डैश च कड्ढिया, क्योंकि यह एलीमेंट जी डैश दा बन गया, तो इनवर्स जी डैश दे विच ही आऊगा। जिस तरह मर्जी कर लो जी, पहला इनवर्स कर लो, बाद विच ओदी इमेज कढ लो, कितनी आऊगी एफ ए इनवर्स, जां पहला इमेज कढ लो बाद विच इनवर्स कर लो, ये दोने की होणगे आपस च इक्वल होणगे।
जिस तरह मर्जी कर लो, होमोमॉर्फिज्म दे विच प्रूव करना आपने। सो देखो ये सौखा ही है जी। वो किवें? तो देखो ये लिया आप कंसीडर किया, जब लैट कर लो, पहले लैट किया कि ए जी विचों आ, फिर आपने कंसीडर किया अपने वालों एफ ऑफ जां ई डैश, जिहड़ा ई डैश सीगा वो एफ ऑफ ई है, प्रूव कर चुके हैं। ते आ चेक करो, ठीक है जी, ए इंटू ए इनवर्स ये आइडेंटिटी एलीमेंट होंदा, क्योंकि ये दोने एलीमेंट जी विच ने। जे आपां किसी एलीमेंट नूं उहदे इनवर्स नाल मल्टीप्लाई करांगे तां आइडेंटिटी जी विच ही आऊगी। आ ध्यान रखनी, ये होमोमॉर्फिज्म आ, इहनूं कल्ला कल्ला कर सकदे हां। तां की शो करता, देयरफॉर एफ ऑफ ए इनवर्स इक्वल टू ई डैश। ਹੁਣ देखो किसी एलीमेंट नूं आ चेक कर लो, ये एलीमेंट नूं इन्हां मल्टीप्लाई किया आपां ने, की बन गया जी? आइडेंटिटी बन गया। आइडेंटिटी किहदे विच बनिया? कि बिकॉज ये दोने एलीमेंट जी डैश ने आइडेंटिटी जी डैश च बन गया ई डैश। किसी एलीमेंट नूं किसी दूजे एलीमेंट नाल मल्टीप्लाई किया, आइडेंटिटी बन गया, तो यही एलीमेंट नूं इहदा इनवर्स कहांगे। ये कितना है अपन, देयरफॉर एफ ऑफ ए इनवर्स जो हुआ है वो एफ ए दा इनवर्स होगा। हुण जे ध्यान दे विच होवे, ये राइट तो किया, पोस्ट मल्टीप्लाई किया, ये राइट इनवर्स आ। फिर ग्रुप च किया है आपां, जे ग्रुप होवे, ग्रुप दे विच राइट इनवर्स ते लैफ्ट इनवर्स सेम ही हुंदे ने। ये राइट इनवर्स आ, इहनूं कल्ला आपां इनवर्स कह सकदे हां, बिकॉज ग्रुप दे विच राइट इनवर्स ते लैफ्ट इनवर्स आपस में सेम होंगे ने। तो इत्थों आप कह देवांगे इन्हूं इन्हां मल्टीप्लाई किया, आइडेंटिटी बन गया, तो यह पक्का इहदा इनवर्स होगा। ये मतलब कि अपनी थर्ड प्रॉपर्टी सी। चौथी प्रॉपर्टी, सैकंड प्रॉपर्टी सॉरी, थर्ड प्रॉपर्टी जो है वो सौखी है जी। एफ ऑफ ए दी पावर एन, एफ ऑफ ए होल दी पावर एन शो करना। ये सौखा ही है जी, लैफ्ट हैंड साइड लै लवो, एफ ऑफ ए दी पावर एन। इनू ए दी पावर एन का मतलब की हुंदा, इनू आपां ए टाइम्स ऑपरेट करता, तो ये की हो गया एफ ऑफ ए, एफ ऑफ ए, एफ ऑफ ए अप टू सोन एफ ऑफ ए। किन्ने टाइम्स आ? एन टाइम्स आ। ये होमोमॉर्फिज्म कल्ला कल्ला कर सकते, जे दो वास्ते कर सकते फिर तीन वास्ते भी कर सकते। क्यों? क्योंकि अपन पता कि आ देखना अपन, मैं इदा कह रहा जे दो वास्ते कर सकते फिर एक दो तीन जिन्ने मर्जी सारे वास्ते कर सकते। क्यों? देख लो, इनू ग्रुपिंग कर लवांगे, ये बन जाएगा, ये दो बन गए, दो वास्ते अलग अलग कर सकते हो, दो बन गए होमोमॉर्फिज्म। हुण फिर ये दो बन गए, इन्होंने फिर अलग अलग कर सकते हैं। मतलब जिन्ने मर्जी हुण आपां कल्ला कल्ला कर सकते हैं होमोमॉर्फिज्म। ये किन्ने टाइम्स आ रहा? एन टाइम्स आ रहा, तो ये बन गया एफ ऑफ ए दी पावर एन। ये तीन प्रॉपर्टियां सीगियां जी। ये तो जो सिंपल जी है, पहलियां दो प्रॉपर्टियां आपां यूज करांगे जी। हुण कर्नल एफ दे उपर बेस्ड थ्योरमां करनियां ने जी। वो थ्योरम देखो, जिहड़ी पहली थ्योरम करनी हैगी आ, हुण फर्स्ट थ्योरम ऑफ होमोमॉर्फिज्म भी कहने हैगी। स्टेटमेंट देख लो, लेट जी एंड जी डैश बी टू ग्रुप्स if f function from g to g dash is homomorphism, show that the kernel of f is normal subgroup of g। ये अपने शो करना जी। तो देखो ध्यान नाल,
पेपर इदा भी आ सकता कि स्टेट एंड प्रूव होमोमॉर्फिज्म, फर्स्ट थ्योरम ऑफ होमोमॉर्फिज्म। उस वे स्टेटमेंट भी आप देनी है, प्रूफ तो करना ही है। तो स्टेटमेंट चेक कर लो की है, सिंपल जी गल है। कर्नल एफ नूं आपां ने जिहड़ा कर्नल एफ आ उहनूं आपां नॉर्मल सब ग्रुप करना। नॉर्मल सब ग्रुप वास्ते गल्लां की ने देखो, पहला एच नूं शो करना, जे मान लो एच ले लो, एच नूं आपां नॉर्मल सब ग्रुप ऑफ जी शो करना। तो किहड़ी गल्लां करदे हां, पहला सब ग्रुप शो करांगे। सब ग्रुप किवें होऊगा, नॉन एम्प्टी सबसैट ते ए बी इनवर्स एच चावे फॉर ऑल ए बी बिलोंग्स टू एच। ध्यान च होवे सब ग्रुप वास्ते तीन गल्लां करनी पैणगीਆਂ। ये तीन गल्लां हो गईयां तो सब ग्रुप बन जाएगा। नॉर्मल वास्ते कंडीशन आपां होर करी सी, वो की सी जी एच जी इनवर्स बिलोंग्स टू एच फॉर ऑल एच बिलोंग्स टू एच ते जी बिलोंग्स टू जी। ये चार गल्लां होण अपने कोल, इत्थे तक बन जाएगा सब ग्रुप। ते आ भी विच ऐड हो जावे, इहनूं कहांगे आपां नॉर्मल सब ग्रुप। बस आ चार गल्लां प्रूव करनियां। क्वेश्चन सारा सौखा जी, जे तुहानूं कर्नल एफ बारे पता हैगा। बाकी कर रहा ये समझ आ जाएगा जी। इत्थों स्टार्ट कर रहा, देखो जी आपां नूं गिवन है जो एफ फंक्शन जी तो डी डैश हैगा इज ए होमोमॉर्फिज्म दिता है। आपां नूं पता है जो कर्नल एफ है वो की हुंदा जी, इहदे विच ओह जी दे एलीमेंट्स आणगे सच दैट जिन्हां दी इमेज आइडेंटिटी बने। हुण दसना पऊगा की है, वेयर ई डैश इज आइडेंटिटी इन जी डैश। जो ई डैश है वो जी डैश दे विच आइडेंटिटी है, ये एलीमेंट्स ने। पहली गल ध्यान रखनी हुंदी है कि इहनूं आपां ने सब ग्रुप किहदा शो करना, सब ग्रुप जी दा शो करना। वैसे जी दा ही होऊगा क्योंकि कर्नल एफ दे विच एलीमेंट्स किहदे आ रहे ने, ये जी दे एलीमेंट्स ही ने। जी दे ओह एलीमेंट्स जिन्हां दी इमेज की बनदी हैगी आइडेंटिटी बनदी है। तो इत्थे लिखांगे क्लीयरली जिहड़ा कर्नल एफ हैगा ये सबसैट ऑफ जी है। ये पार्ट हो गया। नॉन एम्प्टी शो करना आपां ने। नॉन एम्प्टी किवें शो होगा, देखो जी आलसो ये आपां नूं पता है कि एफ ऑफ ई पक्का ई डैश हुंदा, हुणी प्रूव किया आपां ने। वेयर ई की है, वेयर ई इज आइडेंटिटी इन जी। जो ई है वो आइडेंटिटी है जी दे विच, आइडेंटिटी एलीमेंट दी इमेज आइडेंटिटी आऊगी। मैं डायग्राम दोबारा बना रहा जी। आ जी डैश कर्नल एफ की क्या सी, जिन्हां दी इमेज आइडेंटिटी बनदी आ ये सारे एलीमेंट आपां एक सैट विच पा लेने ने। वो सैट दा नाम की है, कर्नल एफ। तो एक गल तां कन्फर्म आ, बाकियां बारे नहीं कुछ पता हैगा। इत्थों एक गल तां कन्फर्म है कि आइडेंटिटी दी इमेज पक्का आइडेंटिटी आऊगी, मतलब एदी इमेज तां पक्का आइडेंटिटी होगी, प्रूव कर चुके हैं पहले। तो बाकी एलीमेंट पता नहीं ਇਹਦੇ ਚ ਹੋਣਗੇ कि नहीं होणगे, पर एक गल तो कन्फर्म है कि ई पक्का कर्नल एफ च आऊगा। देयरफॉर ई जो है ये पक्का कर्नल एफ दे विच आऊगा। देयरफॉर कर्नल एफ की बन गया, ये खाली नहीं हैगा क्योंकि पक्का ई तो आ ही रहा, ये खाली नहीं, दूजी प्रॉपर्टी भी होगी। हुण तीजी गल की करनी है, आपां ए बी कर्नल एफ च मनने ने ते ए बी इनवर्स आपां कर्नल एफ दे विच लैके आउणा। तो लैट करदे आं आपां, let a b belongs to कर्नल f। हूँ रफ च कर रहे हैं, रफ विच लिख रहे हैं जी मैं कि ए बी इनवर्स आपां ने कर्नल f च लैके आउणा। उन्हें कर्नल f च कदों आऊगा कोई एलीमेंट, जां आपां नूं पता होवे कि यह कर्नल f च कदों आएगा, जां कर्नल f च किदां दे एलीमेंट आंदे ने। कर्नल एफ दे विच ओह एलीमेंट्स आणगे जिन्हां दी इमेज ई डैश बनदी है, ओह एक्स जी दे एलीमेंट्स जिन्हां दी इमेज ई डैश बनदी है। तां मतलब कि ए दी इमेज आपां ने ई डैश शो करनी। जे इस एलीमेंट दी इमेज ई डैश बन गई तां ये एलीमेंट कर्नल एफ च आ जाऊगा। बस यह ध्यान रखना कि आपां यह चीज इहदे विच प्रूव करनी।
तो देखो बाकी सौखा। हुण ਇਹ ਤਾਂ ਆਪਾਂ कर्नल F च ਮੰਨਣੇ ਨੇ, ਇਹ ਕਿਹੜਾ ਪ੍ਰੂਵ ਕਰਨੇ ਨੇ, ਆਪਾਂ ਲੈਟ ਕੀਤੇ ਨੇ ਤਾਂ ਇਹ ਪ੍ਰੂਵ ਤਾਂ ਨਹੀਂ ਕਰਨੇ ਆਪਾਂ। ਜੇ ਲੈਟ ਕੀਤੇ ਨੇ ਕਿ ਪੱਕਾ कर्नल F च ਹੋਣਗੇ, ਲੈਟ ਕੀਤੇ ਨੇ, ਜੇ कर्नल F ਦੇ ਵਿੱਚ ਹੋਣਗੇ ਤਾਂ ਇੱਥੋਂ ਕਹਿ ਸਕਦੇ ਹਾਂ ਕਿ ਇਹਨਾਂ ਦੀ ਇਮੇਜ ਦੋਨਾਂ ਦੀ ਪੱਕਾ E ਡੈਸ਼ ਹੋਊਗੀ। ਕਿਉਂ? ਕਿਉਂਕਿ कर्नल ਵਿੱਚ ਉਹੀ ਆਉਣਗੇ ਐਲੀਮੈਂਟਸ ਜਿਨ੍ਹਾਂ ਦੀ ਇਮੇਜ E ਡੈਸ਼ ਬਣੇਗੀ। ਇਹ ਕਨਫਰਮ। ਹੁਣ ਨਾਓ ਹੁਣ ਆਪਾਂ ਕੱਢ ਰਹੇ ਹਾਂ FAB ਬਸ। ਹੁਣ ਇਹੀ ਗੱਲ ਆ, ਇਹ ਕਿਉਂ ਕੱਢ ਰਹੇ? ਬਿਕੋਜ਼ ਜੇ ਇਹਨੂੰ E ਡੈਸ਼ ਦੇ ਬਰਾਬਰ ਕਰ ਦੇਵਾਂਗੇ ਫਿਰ AB ਇਨਵਰਸ ਜੋ ਹੈ ਉਹ कर्नल F ਦੇ ਵਿੱਚ ਆ ਜਾਊਗਾ। ਚਲੋ ਇਹਨੂੰ ਆਪਾਂ ਕੱਲਾ ਕੱਲਾ ਕਰ ਸਕਦੇ ਹਾਂ, ਹੋਮੋਮੋਰਫਿਜ਼ਮ ਆ ਜੀ। ਚਲੋ ਇਹਦੀ ਵੈਲਿਊ ਬਾਅਦ ਚੋਂ ਭਰ ਦੇਵਾਂਗੇ। ਜੇ ਇਹ ਹੁਣੀ ਪ੍ਰੂਵ ਕੀਤਾ, ਇਨਵਰਸ ਕਰਕੇ ਫਿਰ ਇਮੇਜ ਕੱਢ ਲਓ, ਚਾਹੇ ਇਮੇਜ ਕਰਕੇ ਫਿਰ ਇਨਵਰਸ ਕਰ ਲਓ, ਜਿਹੜੇ ਪਿੱਛੇ ਆਪਾਂ ਨੇ ਪਹਿਲੀ ਦੂਜੀ ਪ੍ਰੋਪਰਟੀ ਕੀਤੀ, ਸੈਕੰਡ ਪ੍ਰੋਪਰਟੀ ਕੀਤੀ। ਫਿਰ ਇਹਦਾ ਫਾਇਦਾ ਕੀ ਹੋਊਗਾ? ਇਹਦਾ ਫਾਇਦਾ ਇਹ ਹੋ ਜਾਏਗਾ ਕਿ ਇਹ ਬਣ ਗਿਆ ਆਪਣੇ ਕੋਲ E ਡੈਸ਼ ਦਿੱਤਾ ਹੈ, ਇਹ ਬਣ ਗਿਆ E ਡੈਸ਼ ਦਾ ਇਨਵਰਸ। ਇਹ ਪਹਿਲਾਂ ਪੜਿਆ ਹੋਇਆ ਜੀ। ਆਇਡੈਂਟੀਟੀ ਦਾ ਇਨਵਰਸ ਜੋ ਹੈ ਉਹ ਆਇਡੈਂਟੀਟੀ ਹੁੰਦੀ ਹੈ, ਤੇ ਆਇਡੈਂਟੀਟੀ ਇਨਟੂ ਆਇਡੈਂਟੀਟੀ ਇਹ ਵੀ ਆਇਡੈਂਟੀਟੀ ਬਣੇਗੀ। ਦੇਅਰਫੋਰ ਕੀ ਸ਼ੋ ਕਰਤਾ ਆਪਾਂ ਨੇ ਕਿ AB ਇਨਵਰਸ ਦੀ ਇਮੇਜ ਪੱਕਾ ਆਇਡੈਂਟੀਟੀ ਆ ਰਹੀ ਹੈ। ਦੇਅਰਫੋਰ ਜੋ AB ਇਨਵਰਸ ਹੈ ਇਹ कर्नल F ਦੇ ਵਿੱਚ ਆਊਗਾ। ਤੇ ਇੱਥੋਂ ਤੱਕ ਕੀ ਸ਼ੋ ਹੋ ਗਿਆ ਕਿ ਜੋ कर्नल F ਹੈ इज सब ग्रुप ऑफ G। ये G का सब ग्रुप शो हो गया। वो नॉर्मल सब ग्रुप शो करना, वो लेट कर रहे हैं। देखो मैं नॉर्मल सब ग्रुप वास्ते की कीता आपां ने, लेट कीता G चों G ले लिया आपां ने, G बिलोंग्स टू G, ते ए चों H मान लो, चाहे A मान लो, ਜਿਹੜਾ ਮਰਜੀ ਮੰਨ ਲਓ। H ਆਪਾਂ ਤਾਂ ਮੰਨਦੇ ਸੀ, H ਹੁੰਦਾ ਸੀ ਨਾ ਕਿ ਸੇਮ ਯਾਦ ਰਹੇ ਆਪਾਂ ਨੂੰ, ਬਾਕੀ ਜਿਹੜਾ ਮਰਜੀ ਮੰਨ ਲਓ ਕੋਈ ਫਰਕ ਨਹੀਂ ਪੈਂਦਾ। ਆਪਾਂ ਨੇ ਕੀ ਸ਼ੋ ਕਰਨਾ, GH G ਇਨਵਰਸ। H ਤਾਂ ਕੀ ਲਿਆ ਆਪਾਂ A, ਇਹਨੂੰ ਆਪਾਂ ਨੇ कर्नल F ਦੇ ਵਿੱਚ ਲੈ ਕੇ ਆਉਣਾ। ਇਹ ਜਨਰਲ ਐਲੀਮੈਂਟ ਨੇ, ਜੇ ਜਨਰਲ ਵਾਸਤੇ ਆ ਗਿਆ ਫਿਰ ਸਾਰਾ ਵਾਸਤੇ ਆ ਜਾਊਗਾ। ਹੁਣ ਉਹੀ ਗੱਲ ਆ ਜੀ, ਹੁਣ ਇਹ कर्नल F ਚ ਕਦੋਂ ਆਊਗਾ? ਜਿਵੇਂ ਉਹ ਕੀਤਾ ਸੀ। ਇਹ कर्नल F ਚ ਕਦੋਂ ਆਊਗਾ? ਜੋ ਇਹਦੀ ਇਮੇਜ E ਡੈਸ਼ ਬਣੇਗੀ। ਹੁਣ ਇਹ कर्नल F ਚ ਕਦੋਂ ਆਏਗਾ? ਇਹ ਰਫ ਚ ਲਿਖ ਲੈਣਾ ਆਪਾਂ ਨੇ। ਇਹ ਰਫ ਚ ਲਿਖਿਆ ਆਪਾਂ ਨੇ, ਜੇ ਇਹਨੂੰ ਆਪਾਂ E ਡੈਸ਼ ਦੇ ਬਰਾਬਰ ਕਰਦੇ ਫਿਰ कर्नल F ਚ ਆ ਜਾਊਗਾ। ਮਤਲਬ ਇਹ ਲੱਗ ਗਿਆ ਪਤਾ ਆਪਾਂ ਨੂੰ, ਇੱਥੋਂ ਸਟਾਰਟਿੰਗ ਕਰਨੀ। ਸੋ ਦੇਖੋ A कर्नल F ਚ ਲਿਆ ਆਪਾਂ ਨੇ, ਤਾਂ F of A ਕੀ ਆਊਗਾ? ਪੱਕਾ E ਡੈਸ਼ ਬਣੇਗਾ। ਇਹਦੇ ਵਾਂਗੂ ਹੀ ਆ ਜੀ। ਹੁਣ ਆਪਾਂ ਨੇ ਕੰਸੀਡਰ ਕੀਤਾ, ਕੰਸੀਡਰ F G A G ਇਨਵਰਸ। ਇਹ ਚ ਲਈ ਆਪਾਂ, ਇਹ ਬਣ ਗਿਆ F of G, F of A, F of G ਇਨਵਰਸ। ਤਿੰਨ ਵਾਸਤੇ ਵੀ ਆਪਾਂ ਹੋਮੋਮੋਰਫਿਜ਼ਮ ਜੋ ਪਿੱਛੇ ਕੀਤਾ, ਤਿੰਨ ਵਾਸਤੇ ਆਪਾਂ ਅਲੱਗ-ਅਲੱਗ ਕਰ ਸਕਦੇ। ਹੋਮੋਮੋਰਫਿਜ਼ਮ ਦਾ ਕਨਸੈਪਟ ਆ। ਇਹ ਕਿਹਦੇ ਬਰਾਬਰ ਹੈ ਜੀ? ਆਇਡੈਂਟੀਟੀ ਦੇ। ਇਹਨੂੰ ਆਪਾਂ ਇਨਵਰਸ ਇਦਾਂ ਕਰ ਸਕਦੇ ਹਾਂ, ਬਾਕੀ ਜਿਸ ਤਰ੍ਹਾਂ ਮਰਜ਼ੀ ਕਰ ਲਓ। ਆਇਡੈਂਟੀਟੀ ਇਨਟੂ ਕੋਈ ਐਲੀਮੈਂਟ ਕੀਤਾ ਸੇਮ ਆਊਗਾ। ਇਹ ਕੀ ਬਣ ਗਿਆ? F of G, F of G ਦਾ ਇਨਵਰਸ। ਆਇਡੈਂਟੀਟੀ ਐਲੀਮੈਂਟ ਨੂੰ ਕਿਸੇ ਦਾ ਮਲਟੀਪਲਾਈ ਕਰਾਂਗੇ ਸੇਮ ਹੀ ਆਊਗਾ। ਹੁਣ ਕਿਸੇ ਐਲੀਮੈਂਟ ਨੂੰ ਉਹਦੇ ਰਿਵਰਸ ਨਾਲ ਮਲਟੀਪਲਾਈ ਕਰਾਂਗੇ ਤਾਂ ਇਹ ਪੱਕਾ ਆਇਡੈਂਟੀਟੀ ਹੀ ਬਣੂਗੀ। देयरफॉर की शो हो गया F G A G इनवर्स जो है वो E डैश के बराबर शो करता। देयरफॉर G A G इनवर्स जो है एक कर्नल F ਦੇ ਵਿੱਚ ਆਊਗਾ। ਜੇ ਜਨਰਲ ਵਾਸਤੇ ਆ ਗਿਆ ਤਾਂ ਆਪਾਂ ਕਹਿ ਸਕਦੇ ਹਾਂ for all A belongs to कर्नल F ਤੇ G belongs to G। ਤਾਂ ਇੱਥੋਂ ਬਣ ਗਿਆ therefore कर्नल F is normal subgroup of G। ਚਲੋ ਇਹ ਫਸਟ ਥਿਊਰਮ ਕਰਨੀ ਸੀ ਆਪਾਂ ਨੇ ਜੀ।
ਅੱਗੇ ਨੈਕਸਟ ਥਿਓਰਮ ਮੈਂ ਸਟੇਟਮੈਂਟ ਪੜ੍ਹ ਰਿਹਾ, ਇਹ ਤੁਸੀਂ ਵੀ ਦੇਖ ਲਓ। The necessary and sufficient condition for a homomorphism of a group into group G dash with kernel F to be an isomorphism is that K equals to E। ਜਿਹੜਾ with kernel K ਕਿਹਾ ਉਹਨਾਂ ਨੇ, ਜਿਹੜਾ kernel ਹੈ ਉਹ K ਆ, ਮਤਲਬ ਇਸ ਥਿਓਰਮ ਦੇ ਵਿੱਚ ਜੋ ਕਰਨਲ F ਹੈਗਾ ਉਹਨੂੰ K ਮੰਨ ਲਿਆ। ਹੁਣ ਇਹ ਵਰਡ ਯੂਜ਼ ਕੀਤਾ ਜੀ ਕਰਨਲ K, ਮਤਲਬ ਜੋ ਕਰਨਲ ਹੈ ਹੋਮੋਮੋਰਫਿਜ਼ਮ ਦਾ, ਮਤਲਬ ਕਰਨਲ F ਹੈ ਉਹ K ਬਰਾਬਰ। ਉਹਨੇ K ਸਿੰਬਲ ਯੂਜ਼ ਕਰ ਲਿਆ। ਜਿਹੜੀ ਹੋਮੋਮੋਰਫਿਜ਼ਮ ਹੈਗੀ ਆ ਦਿੱਤਾ ਹੋਇਆ ਆਪਾਂ ਨੂੰ, ਇਹ ਆਈਸੋਮੋਰਫਿਜ਼ਮ ਤਾਂ ਹੋਏਗੀ ਨੈਸੈਸਰੀ ਐਂਡ ਸਫੀਸ਼ੀਐਂਟ ਜਾਂ ਇਫ ਐਂਡ ਓਨਲੀ, ਜੋ ਮਰਜ਼ੀ ਕਹਿ ਸਕਦੇ ਆਪਾਂ। ਇਫ ਐਂਡ ਓਨਲੀ ਇਫ ਮਤਲਬ ਜਿਹੜੀ ਆਪਣੇ ਕੋਲ F ਹੈਗੀ ਆ ਇਹ ਆਈਸੋਮੋਰਫਿਜ਼ਮ ਤਾਂ ਹੋਏਗੀ ਇਫ ਐਂਡ ਓਨਲੀ ਇਫ ਜਾਂ ਨੈਸੈਸਰੀ ਐਂਡ ਸਫੀਸ਼ੀਐਂਟ ਕੰਡੀਸ਼ਨ ਜੇ ਕਰਨਲ F ਦੇ ਵਿੱਚ ਕੱਲਾ ਆਇਡੈਂਟੀਟੀ ਹੋਊਗਾ। ਮਤਲਬ ਇਹਨੂੰ ਕੀ ਮੰਨਿਆ ਉਹਨੇ K, ਮਤਲਬ K ਵਿੱਚ ਓਨਲੀ ਆਇਡੈਂਟੀਟੀ ਐਲੀਮੈਂਟ ਹੋਊਗਾ ਬਸ। ਜੇ ਕਰਨਲ F ਦੇ ਵਿੱਚ ਕੱਲਾ ਆਇਡੈਂਟੀਟੀ ਐਲੀਮੈਂਟ ਆ ਗਿਆ ਤਾਂ ਆਈਸੋਮੋਰਫਿਜ਼ਮ ਨੂੰ, ਹੋਮੋਮੋਰਫਿਜ਼ਮ ਨੂੰ ਆਪਾਂ ਆਈਸੋਮੋਰਫਿਜ਼ਮ ਕਹਾਂਗੇ। ਜੇ ਆਈਸੋਮੋਰਫਿਜ਼ਮ ਹੈਗੀ ਆ ਤਾਂ ਕਰਨਲ F ਦੇ ਵਿੱਚ ਕੱਲਾ ਆਇਡੈਂਟੀਟੀ ਐਲੀਮੈਂਟ ਆਊਗਾ। ਹੁਣ ਹੋਮੋਮੋਰਫਿਜ਼ਮ ਨੂੰ ਆਈਸੋਮੋਰਫਿਜ਼ਮ ਕਦੋਂ ਕਹਿੰਦੇ ਆ? ਜਿਹੜੀ ਹੋਮੋਮੋਰਫਿਜ਼ਮ 1-1 ਹੋਵੇ ਉਹਨੂੰ ਆਈਸੋਮੋਰਫਿਜ਼ਮ ਕਹਿੰਦੇ ਆ। ਸੋ ਦੋਨੇ ਪਾਰਟ ਕਰ ਰਹੇ ਹਾਂ। ਪਹਿਲਾਂ ਮੈਂ ਕਰ ਰਿਹਾ ਇਹਦੇ ਵਿੱਚ ਜੀ ਨੈਸੈਸਰੀ ਕੰਡੀਸ਼ਨ। ਇਹ ਦੇਖ ਲਓ ਗਿਵਨ ਕੀ ਆ, ਪ੍ਰੂਵ ਕੀ ਕਰਨਾ ਆਪਾਂ ਨੇ। necessary condition we are given that ਆਪਾਂ ਦਿੱਤਾ ਹੋਇਆ ਹੈਗਾ ਜੀ F ਜੋ ਮੈਪਿੰਗ ਹੈ G ਤੋਂ G dash is homomorphism ਦਿੱਤਾ ਹੋਇਆ ਜੀ ਆਪਾਂ ਇਹ given and F ਦਿੱਤੀ ਹੋਈ ਆ ਆਪਾਂ ਨੂੰ ਆਈਸੋਮੋਰਫਿਜ਼ਮ। ਇਹ ਆਈਸੋਮੋਰਫਿਜ਼ਮ ਵੀ ਹੈ, ਮਤਲਬ 1-1 ਵੀ ਹੈਗਾ। ਤੇ ਆਪਾਂ ਨੇ ਪ੍ਰੂਵ ਕਰਨਾ ਹੈ we are to prove that, ਆਪਾਂ ਨੇ ਪ੍ਰੂਵ ਕਰਨਾ ਹੈ ਜੋ ਕਰਨਲ F ਆ ਮਤਲਬ K ਹੈ ਉਹਦੇ ਵਿੱਚ ਕੱਲਾ ਆਇਡੈਂਟੀਟੀ ਹੀ ਹੋਊਗਾ, ਕੋਈ ਹੋਰ ਐਲੀਮੈਂਟ ਨਹੀਂ ਆ ਸਕਦਾ। ਇਹ ਪਾਰਟ ਆਪਾਂ ਨੇ ਵਿੱਚ ਸ਼ੋ ਕਰਨਾ। ਸੋ ਧਿਆਨ ਦਿਓ ਹੁਣ ਇਹ ਕਿਵੇਂ ਸ਼ੋ ਕਰਾਂਗੇ ਕਰਨਲ ਐਲੀਮੈਂਟ ਵਿੱਚ ਕੱਲਾ ਆਇਡੈਂਟੀਟੀ ਆ। ਸੋ ਇਹ ਤਾਂ ਪਿੱਛੇ ਥਿਓਰਮ ਚ ਕੀਤਾ ਸੀ ਆਪਾਂ ਨੇ ਕਿ ਆਇਡੈਂਟੀਟੀ ਦਾ ਪੱਕਾ ਆਊਗਾ ਹੀ ਆਊਗਾ ਇਹਦੇ ਵਿੱਚ। ਜੇ ਪਿੱਛੇ ਕੀਤਾ ਸੀ ਨਾ ਆਪਾਂ F of E ਜੋ ਹੈ ਉਹ E ਡੈਸ਼ ਬਰਾਬਰ ਆ। ਮੇਨ ਗੱਲ ਇਹ ਸੋਚਣਾ ਆਪਾਂ ਨੇ ਕਿ ਇਹ ਪ੍ਰੂਫ ਕਿਵੇਂ ਕਰਾਂਗੇ, ਇਹ ਚ ਕੱਲਾ ਆਇਡੈਂਟੀਟੀ ਐਲੀਮੈਂਟ ਆ। ਇਹ ਕਰਾਂਗੇ ਆਪਾਂ ਕੋਈ ਜਨਰਲ ਐਲੀਮੈਂਟ ਜੋ ਹੈ ਇਹ ਕਰਨਲ F ਚੋਂ ਮੰਨ ਲਵਾਂਗੇ। ਜਨਰਲ ਐਲੀਮੈਂਟ ਆਪਾਂ ਕਰਨਲ F ਚੋਂ ਲੈ ਲਿਆ, ਇਹ ਜਨਰਲ ਐਲੀਮੈਂਟ ਨੂੰ ਆਪਾਂ E ਬਰਾਬਰ ਸ਼ੋ ਕਰ ਦਾਂਗੇ। ਮਤਲਬ ਜੇ ਕੋਈ ਵੀ ਐਲੀਮੈਂਟ ਤੁਸੀਂ ਕਰਨਲ F ਚੋਂ ਲਓਗੇ ਉਹ ਪੱਕਾ E ਹੋਊਗਾ। ਜਨਰਲ ਹੋ ਗਿਆ ਕੋਈ ਵੀ ਜਾਂ ਸਾਰੇ ਕਹਿ ਲਓ, ਜੇ ਸਾਰੇ ਐਲੀਮੈਂਟ ਆਪਾਂ ਕਰਨਲ F ਚੋਂ ਲਵਾਂਗੇ ਉਹ ਪੱਕਾ E ਹੋਊਗਾ। ਮਤਲਬ ਕੀ ਬਣ ਗਿਆ, ਸਾਰੇ ਐਲੀਮੈਂਟ E ਹੋਣਗੇ ਕਰਨਲ F ਚ। ਜੇ ਸਾਰੇ ਐਲੀਮੈਂਟ E ਹੋਣਗੇ ਤਾਂ ਆਪਾਂ ਕਹਾਂਗੇ ਕਰਨਲ F ਚ ਕੱਲਾ E ਆਊ। ਤਾਂ ਜਨਰਲ ਐਲੀਮੈਂਟ ਕਰਨਲ F ਚ ਮੰਨ ਕੇ ਉਹਨੂੰ E ਦੇ ਬਰਾਬਰ ਸ਼ੋ ਕਰਾਂਗੇ। ਇੱਥੋਂ ਆਪਾਂ ਨੂੰ ਕਨਫਰਮ ਹੋ ਜਾਊਗਾ ਕਿ ਕਰਨਲ F ਜੋ ਹੈ ਉਹ E ਬਰਾਬਰ। ਸੋ ਦੇਖੋ ਧਿਆਨ ਨਾਲ ਕਰਨ ਲੱਗਿਆ, ਇਹ ਰਫ ਵਰਕ ਸੀਗਾ। ਇਸ ਤੋਂ ਅੱਗੇ ਕੰਟੀਨਿਊ ਕਰ ਰਹੇ ਹਾਂ ਕਿ ਲੈਟ ਕਰ ਲਿਆ ਆਪਾਂ A ਬਿਲੋਂਗਸ ਟੂ K। ਧਿਆਨ ਰੱਖਣਾ ਇਹ ਕਰਨਲ F ਇਹ ਮੰਨ ਲਿਆ ਆਪਾਂ ਨੇ। ਹੁਣ ਸ਼ੋ ਕਰਨਾ A ਇਕੁਅਲਸ ਟੂ E। ਹੋਮੋਮੋਰਫਿਜ਼ਮ ਗਿਵਨ ਅਤੇ ਆਈਸੋਮੋਰਫਿਜ਼ਮ ਮਤਲਬ ਕਿ 1-1 ਗਿਵਨ ਆਪਾਂ ਨੂੰ। ਹੁਣ 1-1 ਕੀ ਹੁੰਦਾ, ਇਹ ਧਿਆਨ ਚ ਹੋਊਗਾ ਜੀ fx1 ਇਕੁਅਲ ਟੂ fx2। ਜੇ ਬਰਾਬਰ ਹੋਣਗੇ ਤਾਂ ਇਹ ਪੱਕਾ ਬਰਾਬਰ ਹੋਣਗੇ। ਤੋ ਦੇਖੋ ਧਿਆਨ ਨਾਲ, ਜੇ ਕਰਨਲ F ਦੇ ਵਿੱਚ ਆ ਰਿਹਾ ਤਾਂ ਇਹ ਪੱਕਾ ਪਤਾ ਆਪਾਂ ਨੂੰ ਕਿ ਕਰਨਲ F ਦੇ ਵਿੱਚ ਉਹ ਐਲੀਮੈਂਟਸ ਆਉਣਗੇ ਜਿਨ੍ਹਾਂ ਦੀ ਇਮੇਜ ਆਇਡੈਂਟੀਟੀ ਬਣੂਗੀ। ਇਹ ਕਰਨਲ F ਦੀ ਡੈਫੀਨੇਸ਼ਨ।
ਬਿਕੋਜ਼ ਨਾਲ ਡਿਫਾਈਨ ਕਰ ਦਿਓ ਕਿ ਕਰਨਲ ਐਫ 'ਚ ਵਿੱਚ ਕੀ ਆਊਗਾ, ਕੇ ਵਿੱਚ ਕੀ ਆਊਗਾ, ਉਹ ਜੀ ਦੇ ਐਲੀਮੈਂਟਸ ਜਿਨ੍ਹਾਂ ਦੀ ਇਮੇਜ ਈ ਡੈਸ਼ ਬਣੇਗੀ। ਹੁਣ ਈ ਡੈਸ਼ ਗਿਵਨ ਨਹੀਂ ਹੈ, ਦੱਸਣਾ ਆਪਾਂ ਨੇ ਵੇਅਰ ਈ ਡੈਸ਼ ਇਜ਼ ਆਈਡੈਂटिटी ਇਨ ਜੀ ਡੈਸ਼। ਜੋ ਈ ਡੈਸ਼ ਹੈ ਉਹ ਆਈਡੈਂटिटी ਇਨ ਜੀ ਡੈਸ਼ ਹੈ। ਇਸ ਤੋਂ ਬਾਅਦ ਲੈਟ ਕਰ ਲਿਆ ਆਪਾਂ ਈ ਬੀ ਦਾ ਆਈਡੈਂटिटी ਇਨ ਜੀ, ਇਹ ਜੀ ਚ ਮੰਨ ਲਿਆ। ਆਲਸੋ ਆਪਾਂ ਨੂੰ ਪਤਾ ਹੈ ਕਿ ਐਫ ਆਫ ਈ ਇਹ ਈ ਡੈਸ਼ ਦੇ ਬਰਾਬਰ ਹੁੰਦਾ। ਸਿੱਧਾ ਕਹਿਣਾ ਆਪਾਂ ਨੇ ਕਿ ਇਮੇਜ ਆਈਡੈਂटिटी ਐਲੀਮੈਂਟ ਦੀ ਇਮੇਜ ਪੱਕਾ ਆਈਡੈਂटिटी ਐਲੀਮੈਂਟ ਆਊਗੀ। ਤਾਂ ਫਰੋਮ 1 and 2 ਕੀ ਕਹਿ ਸਕਦੇ ਹਾਂ ਆਪਾਂ, ਫਰੋਮ 1 and 2 ਇੱਥੋਂ ਕੀ ਬਣ ਗਿਆ, ਐਫ ਆਫ ਏ ਇਕੁਅਲਸ ਟੂ ਐਫ ਆਫ ਈ। ਮਤਲਬ ਇਹਨਾਂ ਦੋਨਾਂ ਐਲੀਮੈਂਟਸ ਦੀ ਇਮੇਜ ਸੇਮ ਆ ਰਹੀ ਹੈ, ਮਤਲਬ ਇਮੇਜ ਸੇਮ ਆ ਰਹੀ ਹੈ। ਜਿਵੇਂ ਆਪਾਂ ਮੈਂ ਡਾਇਗਰਾਮ ਬਣਾਵਾਂ, ਇਹ ਕੋਈ ਵੀ ਐਲੀਮੈਂਟ ਲਿਆ ਉਹਦੀ ਇਮੇਜ ਆਪਾਂ ਈ ਡੈਸ਼ ਕਰਤੀ ਤੇ ਈ ਦੀ ਪੱਕਾ ਈ ਡੈਸ਼ ਹੋ ਗਈ। ਆ ਗੱਲ ਹੋ ਗਈ। ਜੇ ਇਮੇਜਿਸ ਸੇਮ ਆ ਰਹੀਆਂ ਤਾਂ ਐਲੀਮੈਂਟ ਪੱਕਾ ਸੇਮ ਚਾਹੀਦਾ ਆਪਾਂ। ਕਿਉਂ? ਇੱਥੋਂ ਕਹਾਂਗੇ A ਪੱਕਾ E ਹੋਗਾ। ਕਿਉਂ? ਬਿਕੋਜ਼ F is isomorphism। F isomorphism, this implies F ਕੀ ਹੋਊਗਾ, ਪੱਕਾ 1 ਹੋਊਗਾ। ਮਤਲਬ ਜੇ f of x1 equal to f of x2 ਆ ਤਾਂ x1 ਪੱਕਾ x2 ਹੋਊਗਾ। ਜੇ ਫੰਕਸ਼ਨ 1 ਆ ਤਾਂ ਫੰਕਸ਼ਨ 1 ਦਿੱਤਾ ਹੋਇਆ ਆਪਾਂ ਨੂੰ, ਇਹ ਫੰਕਸ਼ਨ 1 ਤਾਂ ਹੋਊਗਾ ਜੇ ਈ ਡੈਸ਼ ਦੀ ਇੱਕੋ ਪ੍ਰੀ ਇਮੇਜ ਹੋਊਗੀ। ਥੋੜਾ ਹੋਰ ਆਲਰੇਡੀ ਸਮਝਾਉਣਾ ਹੈਗਾ, ਆਲਰੇਡੀ ਵੀ ਸੌਖਾ ਸਮਝਾ ਦੇਗਾ। ਕਰਨਲ ਐਫ 'ਚ ਕਿਹੜੇ ਐਲੀਮੈਂਟ ਹੁੰਦੇ ਨੇ ਜਿਨ੍ਹਾਂ ਦੀ ਇਮੇਜ ਕੀ ਬਣੇਗੀ, ਉਹ ਐਲੀਮੈਂਟਸ ਜਿਨ੍ਹਾਂ ਦੀ ਇਮੇਜ ਪੱਕਾ ਈ ਡੈਸ਼ ਬਣੇਗੀ। ਇਹ ਕਰਨਲ ਐਫ ਹੋਊਗਾ। ਇਹ ਆਲਰੇਡੀ ਸਮਝਾ ਰਿਹਾ ਥੋੜਾ ਜਿਹਾ। ਈ ਦੀ ਪੱਕਾ ਈ ਡੈਸ਼ ਇਮੇਜ ਹੋਊਗੀ, ਤਾਂ ਪ੍ਰੂਵ ਕੀਤਾ ਹੋਇਆ ਆਪਾਂ। ਹੁਣ ਇਹ ਫੰਕਸ਼ਨ 1 ਦਿੱਤਾ ਹੋਇਆ ਆਪਾਂ ਨੂੰ, ਕਰਨਲ ਐਫ ਜੋ ਹੈ 1 ਇਹ ਡਾਇਗਰਾਮ ਕਰਨਲ ਐਫ ਦੀ ਬਣੀ ਆ। ਕਰਨਲ ਐਫ ਜੋ ਹੈ 1 ਦਾ ਮਤਲਬ ਕੀ ਹੋ ਗਿਆ ਕਿ ਇੱਕ ਦੀ ਇੱਕੋ ਐਫ ਦਿੱਤਾ ਹੋਇਆ 1 ਆਪਾਂ ਨੂੰ, ਕਰਨਲ ਐਫ ਨਹੀਂ, ਐਫ 1 ਦਿੱਤਾ ਹੋਇਆ ਆਪਾਂ ਨੂੰ। 1 ਦਾ ਮਤਲਬ ਕੀ ਹੁੰਦਾ ਕਿ ਜਿਹਦੀ ਪ੍ਰੀ ਇਮੇਜ ਨਿਕਲ ਰਹੀ ਆ ਉਹਦੀ ਯੂਨੀਕ ਚਾਹੀਦੀ ਹੈ। ਇਹਦੀ ਇੱਕ ਤਾਂ ਪੱਕਾ ਈ ਹੈਗੀ ਇਹਦਾ ਕਨਫਰਮ, ਤਾਂ ਕੋਈ ਹੋਰ ਨਹੀਂ ਹੋ ਸਕਦੀਆਂ ਇਹਦੀਆਂ ਇਮੇਜਾਂ। ਕਿਉਂ? ਕਿਉਂਕਿ ਫੰਕਸ਼ਨ ਪ੍ਰੀ ਇਮੇਜਾਂ, ਬਿਕੋਜ਼ ਜੇ ਫੰਕਸ਼ਨ 1 ਹੈ ਤਾਂ ਇੱਕ ਦੀ ਪ੍ਰੀ ਇਮੇਜ ਇੱਕ ਹੀ ਆਊਗੀ। ਜੇ ਇਹਦੀ ਇੱਕੋ ਹੀ ਆਊਗੀ ਤਾਂ ਆਪਾਂ ਨੇ ਕਰਨਲ ਐਫ 'ਚ ਉਹ ਐਲੀਮੈਂਟ ਪਾਉਣੇ ਜਿਹਦੀ ਇਮੇਜ ਈ ਡੈਸ਼ ਬਣਦੀ ਹੈ, ਤਾਂ ਇੱਕੋ ਐਲੀਮੈਂਟ ਦੀ ਈ ਡੈਸ਼ ਬਣੇਗੀ ਤਾਂ ਕਰਨਲ ਐਫ 'ਚ ਈ ਆਊਗਾ। ਇਹ ਸਾਰਾ ਪ੍ਰੂਵ ਕੀਤਾ ਆਪਾਂ। ਮਤਲਬ ਇਹ ਐਫ ਆਫ x1 ਇਕੁਅਲ ਐਫ ਆਫ x2 ਆ ਤਾਂ x1 ਇਕੁਅਲ x2 ਹੋਊਗਾ। ਮਤਲਬ ਕੋਈ ਵੀ ਜਨਰਲ ਐਲੀਮੈਂਟ ਆਪਾਂ ਕਰਨਲ ਐਫ 'ਚ ਲਵਾਂਗੇ ਉਹ ਪੱਕਾ ਈ ਬਰਾਬਰ ਹੋਊਗਾ। ਤਾਂ ਆਪਾਂ ਕਹਿ ਸਕਦੇ ਹਾਂ ਦੇਅਰਫੋਰ K ਵਿੱਚ ਕੀ ਹੋਊਗਾ, ਕੱਲਾ E ਹੋਊਗਾ। K ਵਿੱਚ ਕੱਲਾ E ਹੋਊਗਾ। ਹੁਣ ਕਰਨੀ ਆ ਆਪਾਂ ਇਸ ਤੋਂ ਬਾਅਦ ਸਫੀਸ਼ੀਐਂਟ ਕੰਡੀਸ਼ਨ। ਤਾਂ ਗਿਵਨ ਆ ਕਿ ਹੋਮੋਮੋਰਫਿਜ਼ਮ ਆ ਜੀ, ਦਿੱਤੀ ਹੋਈ ਹੈ। ਤੇ ਕਰਨਲ ਐਫ ਮਤਲਬ ਕੇ ਵਿੱਚ ਕੱਲਾ ਕੀ ਆ ਰਿਹਾ, ਆਇਡੈਂਟਿਟੀ। ਤੇ ਆਪਾਂ ਸ਼ੋ ਕੀ ਕਰਨਾ, ਵੀ ਆਰ ਟੂ ਪ੍ਰੂਵ ਦੈਟ ਆਪਾਂ ਨੇ ਪ੍ਰੂਵ ਕਰਨਾ ਹੈ ਜੋ ਐਫ ਹੈਗੀ ਆ ਇਹ ਆਈਸੋਮੋਰਫਿਜ਼ਮ ਹੋਏਗੀ। ਆਈਸੋਮੋਰਫਿਜ਼ਮ ਦਾ ਮਤਲਬ ਕੀ ਹੈਗਾ, ਆਪਾਂ ਨੇ ਐਫ ਨੂੰ 1 ਸ਼ੋ ਕਰਨਾ। ਜੇ ਕਰਨਲ ਐਫ 'ਚ ਕੱਲਾ ਆਇਡੈਂਟਿਟੀ ਐਲੀਮੈਂਟ ਹੋਵੇ ਤਾਂ ਜੋ ਫੰਕਸ਼ਨ ਹੈ ਉਹ ਪੱਕਾ 1 ਹੋਊਗਾ, ਇਹ ਸ਼ੋ ਕਰਨਾ। ਹੁਣ 1 ਕਿਵੇਂ ਸ਼ੋ ਕਰਾਂਗੇ,
स्टार्टिंग कित्थों होगी, पहला आपां इहदे विच f of x1 इक्वल टू f of x2 मन्नांगे। इत्थों की शो करांगे आपां x1 इक्वल टू x2। सो लेट कर लिया आपां ने f of x1 इक्वल टू f of x2, ये लेट कर लिया। ਜਿਹੜੇ x1 x2 ने ये पहले चों आउणगे ग्रुप चों, ये लेट कर लईए। तो ध्यान दो, बाकी लग जाऊगा पता। हुण x1 इक्वल टू x2 ते पहुंचना, जे ये प्रूव करांगे तां ही 1 1 होऊगा, जे 1 1 होगा तां ही ये अपनी आइसोमॉर्फिज्म बनेगी। सो देखो इहनूं आपां इदां लिख सकदे हां f of x1 दोने पासे f of x2 दे इनवर्स नाल पोस्ट मल्टीप्लाई करता। ये पोस्ट मल्टीप्लाई कर ये किता है आपां पहला इमेज कढ के फिर इनवर्स कढ लो, चाहे पहला इनवर्स करके फिर इमेज कढ लो, होमोमॉर्फिज्म च बराबर हुंदे ने। ये की आ गया f of x1। किसी एलीमेंट नूं उहदे इनवर्स नाल मल्टीप्लाई करांगे तां की बनूगा पक्का आइडेंटिटी। ये चैक कर लेना कि ये एलीमेंट जिहड़े हैगे ने जी डैश होणगे तां आइडेंटिटी भी जी डैश ही बनेगी, ई डैश लैनी आपां। ये होमोमॉर्फिज्म आ, इहनूं अंदर लैके जा सकदे हां आपां। देखो बिकॉज f is homomorphism, f homomorphism। हुण जेड़े एलीमेंट दी इमेज e डैश आवे वो किहदे विच आउणगे, ਉਹ एलीमेंट पक्का करनल च होणगे सारे। करनल f च करनल विच किहड़े हुंदे ने एलीमेंट जिन्हां दी इमेज आइडेंटिटी बने, तां ਇਹ एलीमेंट ਜਿਹੜਾ ਹੈਗਾ ਇਹ ਵੀ पक्का करनल ਦੇ ਵਿੱਚ ਹੋਊਗਾ। पर ਇਹ ਆਪਾਂ ਨੂੰ ਪਤਾ ਕਿ ਕਰਨਲ ਵਿੱਚ ਇਕੱਲਾ ਆਇਡੈਂਟੀਟੀ ਆ, ਹੋਰ ਤਾਂ ਕੋਈ ਹੈ ਹੀ ਨਹੀਂ ਐਕਸਟਰਾ ਐਲੀਮੈਂਟ ਦਿੱਤਾ ਹੋਇਆ ਆਪਾਂ। ਇਹ ਪੱਕਾ ਕਰਨਲ ਚ ਆਊਗਾ ਤੇ ਕਰਨਲ ਚ ਇਕੱਲਾ ਆਇਡੈਂਟੀਟੀ ਐਲੀਮੈਂਟ, ਹੋਰ ਕੋਈ ਐਕਸਟਰਾ ਆ ਨਹੀਂ ਸਕਦਾ, ਦਿੱਤਾ ਹੋਇਆ ਆਪਾਂ ਨੂੰ। ਜੇ ਇਹ ਕਰਨਲ ਦੇ ਵਿੱਚ ਆ ਰਿਹਾ ਮਤਲਬ ਫਿਰ ਇਹ ਵੀ ਪੱਕਾ ਆਇਡੈਂਟੀਟੀ ਹੋਊਗਾ, ਕਿਉਂਕਿ ਕਰਨਲ ਦੇ ਵਿੱਚ ਇਕੱਲਾ ਆਇਡੈਂਟੀਟੀ ਐਲੀਮੈਂਟ ਆ ਰਿਹਾ। देयरफॉर वाला की बन गया कि x1 x2 इनवर्स पक्का आइडेंटिटी होगा। फिर दोने पासे आपां ने पोस्ट मल्टीप्लाई करता जी x2 नाल, ये आइडेंटिटी एलीमेंट हो गया। हुण ये आइडेंटिटी की बनूगा, ये ई बनेगा। सारा ध्यान रख के चलना, क्योंकि ये एलीमेंट जी विच ने ते जी च आइडेंटिटी की मन्निया है आपां ने ई दिता है आपां नूं। तो ये आ गया अपने को x2 बन गया जी, तो इत्थों की बन गया अपने को x1 इक्वल टू x2। तो की शो हो गया इत्थों, देयरफॉर f की बन गया 1 1, देयरफॉर f इज आइसोमॉर्फिज्म। जो f है वो आइसोमॉर्फिज्म होगा। चलो अज आप ये थ्योरमां करनी सी, बाकी नैक्सट थ्योरमां आप नैक्सट लैक्चर में करांगे। कोई प्रॉब्लम हुई तो पूछ लियो जी। थैंक यू।